Good morning, students. Welcome to your Punjabi class. Today we will read chapter number 8 ਸਿਆਣਾ ਕੌਣ। ਇਸ ਕਹਾਣੀ ਵਿੱਚ ਇੱਕ ਰਾਜੇ ਦੁਆਰਾ ਇੱਕ ਸਧਾਰਨ ਆਦਮੀ ਤੇ ਵਿਸ਼ਵਾਸ ਕਰਕੇ ਉਸ ਦੀ ਅਕਲ ਨੂੰ ਵਜ਼ੀਰਾਂ ਸਾਹਮਣੇ ਰੱਖ ਕੇ ਵਡਿਆਉਣ ਬਾਰੇ ਦੱਸਿਆ ਹੈ। ਕੋਈ ਵੀ ਬੰਦਾ ਖਾਨਦਾਨੀ ਸਿਆਣਾ ਨਹੀਂ ਹੁੰਦਾ, ਹਾਲਾਤ ਹੀ ਬੰਦੇ ਨੂੰ ਸਿਆਣਾ ਬਣਾਉਂਦੇ ਹਨ। ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ। ਉਹ ਭਾਵੇਂ ਪੜ੍ਹਿਆ ਲਿਖਿਆ ਖਾਸ ਨਹੀਂ ਸੀ, ਪਰ ਸਿਆਣਾ ਬਹੁਤ ਸੀ। ਘਰ ਵਿੱਚ ਗਰੀਬੀ ਸੀ, ਇਸ ਲਈ ਉਹ ਨੌਕਰੀ ਦੀ ਭਾਲ ਵਿੱਚ ਇੱਕ ਰਾਜੇ ਕੋਲ ਪਹੁੰਚ ਗਿਆ। ਉਸ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਮੈਨੂੰ ਜੋ ਵੀ ਨੌਕਰੀ ਦਿੱਤੀ ਜਾਵੇਗੀ ਮੈਂ ਬੜੀ ਜ਼ਿੰਮੇਵਾਰੀ ਨਾਲ ਨਿਭਾਵਾਂਗਾ। ਰਾਜੇ ਨੇ ਉਸ ਨੂੰ ਇੱਕ ਬੜੀ ਸਧਾਰਨ ਜਿਹੀ ਨੌਕਰੀ 'ਤੇ ਰੱਖ ਲਿਆ। ਥੋੜ੍ਹੇ ਸਮੇਂ ਵਿੱਚ ਹੀ ਰਾਜੇ ਨੂੰ ਉਸ ਦੀ ਸਿਆਣਪ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ। ਰਾਜੇ ਨੇ ਉਸ ਦੀ ਪਰਖ ਕਰਨ ਲਈ 2-3 ਵਾਰ ਬੜੇ ਮੁਸ਼ਕਲ ਕੰਮ ਦੱਸੇ, ਪਰ ਉਸ ਨੇ ਆਪਣੀ ਸਿਆਣਪ ਨਾਲ ਉਹਨਾਂ ਨੂੰ ਬੜੀ ਸੌਖੀ ਤਰ੍ਹਾਂ ਕਰ ਲਿਆ। ਹੌਲੀ-ਹੌਲੀ ਰਾਜਾ ਉਸ ਦੀ ਹਰ ਗੱਲ ਵਿੱਚ ਸਲਾਹ ਲੈਣ ਲੱਗ ਪਿਆ। ਇਸ ਗੱਲ ਤੋਂ ਰਾਜੇ ਦੇ ਅਮੀਰ ਵਜ਼ੀਰ ਉਸ ਨਾਲ ਈਰਖਾ ਕਰਨ ਲੱਗ ਪਏ। ਅਮੀਰ ਵਜ਼ੀਰ ਆਪਸ ਵਿੱਚ ਗੱਲਾਂ ਕਰਦੇ ਕਿ ਅਸੀਂ ਖਾਨਦਾਨੀ ਪੁਰਾਣੇ ਵਜ਼ੀਰ, ਉਹ ਕੱਲ੍ਹ ਦਾ ਅਨਪੜ੍ਹ ਛੋਕਰਾ ਜਿਸ ਦੇ ਖਾਨਦਾਨ ਦਾ ਕੋਈ ਅਤਾ ਪਤਾ ਨਹੀਂ, ਪਰ ਰਾਜਾ ਫਿਰ ਵੀ ਉਸ ਦੀ ਹਰ ਗੱਲ ਵਿੱਚ ਸਲਾਹ ਲੈਂਦਾ ਹੈ ਅਤੇ ਸਾਨੂੰ ਪੁੱਛਦਾ ਤੱਕ ਨਹੀਂ। ਅਖੀਰ ਵਿੱਚ ਉਹਨਾਂ ਨੇ ਸਲਾਹ ਕੀਤੀ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਰਾਜੇ ਕੋਲ ਜਾਣਾ ਚਾਹੀਦਾ ਹੈ ਅਤੇ ਆਪਣਾ ਰੋਸ ਪ੍ਰਗਟ ਕਰਨਾ ਚਾਹੀਦਾ ਹੈ। ਇੱਕ ਦਿਨ ਉਹ ਸਾਰੇ ਇਕੱਠੇ ਹੋ ਕੇ ਰਾਜੇ ਕੋਲ ਚਲੇ ਗਏ। ਉਹਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਕਿ ਜਿਸ ਅਨਪੜ੍ਹ ਅਤੇ ਸਧਾਰਨ ਆਦਮੀ ਨੂੰ ਤੁਸੀਂ ਆਪਣਾ ਸਲਾਹਕਾਰ ਬਣਾਇਆ ਹੈ ਉਹ ਠੀਕ ਨਹੀਂ। ਤੁਹਾਨੂੰ ਪਹਿਲਾਂ ਵਾਂਗ ਹੀ ਆਪਣੇ ਵਜ਼ੀਰਾਂ ਕੋਲੋਂ ਜੋ ਤਜਰਬੇਕਾਰ ਅਤੇ ਖਾਨਦਾਨੀ ਹਨ ਸਲਾਹ ਲੈਣੀ ਚਾਹੀਦੀ ਹੈ। ਰਾਜਾ ਆਪਣੇ ਉੱਚੇ ਸਿੰਘਾਸਨ ਉੱਪਰ ਬੈਠਾ ਸੀ। ਉਸ ਨੂੰ ਸਾਹਮਣੇ ਸ਼ੀਸ਼ੇ ਵਿੱਚੋਂ ਇੱਕ ਕਾਫਲਾ ਉਤਰਦਾ ਨਜ਼ਰ ਪਿਆ। ਰਾਜੇ ਨੇ ਵਜ਼ੀਰਾਂ ਨੂੰ ਕਿਹਾ ਕਿ ਮੈਂ ਤੁਹਾਡੀ ਗੱਲ ਦਾ ਥੋੜ੍ਹੀ ਦੇਰ ਤੱਕ ਸੋਚ ਕੇ ਜਵਾਬ ਦਿਆਂਗਾ। ਪਹਿਲਾਂ ਤੁਹਾਡੇ ਵਿੱਚੋਂ ਇੱਕ ਵਜ਼ੀਰ ਜਾ ਕੇ ਸਾਹਮਣੇ ਉਤਰ ਰਹੇ ਕਾਫਲੇ ਕੋਲੋਂ ਇਹ ਪਤਾ ਕਰਕੇ ਆਵੇ ਕਿ ਇਹ ਕਾਫਲਾ ਕਿੱਥੇ ਜਾ ਰਿਹਾ ਹੈ। ਇੱਕ ਵਜ਼ੀਰ ਗਿਆ ਤੇ ਉਸ ਨੇ ਆ ਕੇ ਰਾਜੇ ਨੂੰ ਕਿਹਾ ਕਿ ਹਜ਼ੂਰ, ਇਹ ਕਾਫਲਾ ਮਦੀਨੇ ਨੂੰ ਜਾ ਰਿਹਾ ਹੈ। ਰਾਜੇ ਨੇ ਪੁੱਛਿਆ, ਇਹ ਕਾਫਲਾ ਕਿੱਥੋਂ ਆਇਆ ਹੈ? ਵਜ਼ੀਰ ਨੇ ਕਿਹਾ, ਇਹ ਤਾਂ ਮੈਂ ਪਤਾ ਨਹੀਂ ਕੀਤਾ। ਰਾਜੇ ਨੇ ਦੂਸਰੇ ਵਜ਼ੀਰ ਨੂੰ ਇਹ ਪਤਾ ਕਰਨ ਲਈ ਭੇਜਿਆ ਕਿ ਇਹ ਕਾਫਲਾ ਕਿੱਥੋਂ ਆਇਆ ਹੈ। ਦੂਸਰੇ ਵਜ਼ੀਰ ਨੇ ਪਤਾ ਕਰਕੇ ਦੱਸਿਆ ਕਿ ਹਜ਼ੂਰ, ਇਹ ਕਾਫਲਾ ਕਾਬਲ ਤੋਂ ਆਇਆ ਹੈ। ਰਾਜੇ ਨੇ ਪੁੱਛਿਆ, ਇਹ ਕਾਫਲਾ ਕਿੰਨੇ ਦਿਨ ਠਹਿਰੇਗਾ? ਵਜ਼ੀਰ ਨੇ ਕਿਹਾ, ਇਹ ਤਾਂ ਮੈਂ ਪਤਾ ਨਹੀਂ ਕੀਤਾ। ਰਾਜੇ ਨੇ ਤੀਸਰੇ ਵਜ਼ੀਰ ਨੂੰ ਇਹ ਪਤਾ ਕਰਨ ਲਈ ਭੇਜਿਆ ਕਿ ਇਹ ਕਾਫਲਾ ਕਿੰਨੇ ਦਿਨ ਠਹਿਰੇਗਾ। ਉਸ ਵਜ਼ੀਰ ਨੇ ਆ ਕੇ ਦੱਸਿਆ ਕਿ ਇਹ ਅੱਜ ਰਾਤ ਇੱਥੇ ਠਹਿਰਨਗੇ, ਕੱਲ੍ਹ ਦਿਨ ਚੜ੍ਹਦੇ ਹੀ ਇੱਥੋਂ ਰਵਾਨਾ ਹੋ ਜਾਣਗੇ। ਰਾਜੇ ਨੇ ਪੁੱਛਿਆ, ਉਹਨਾਂ ਨੇ ਊਠਾਂ ਘੋੜਿਆਂ ਉੱਪਰ ਕਿਹੜੀ ਚੀਜ਼ ਲੱਦੀ ਹੋਈ ਹੈ? ਤੀਸਰੇ ਵਜ਼ੀਰ ਨੇ ਕਿਹਾ, ਇਹ ਤਾਂ ਮੈਂ ਪੁੱਛਿਆ ਹੀ ਨਹੀਂ। ਰਾਜੇ ਨੇ ਤਿੰਨੇ ਵਜ਼ੀਰ ਤੇ ਹੋਰ ਅਮੀਰ ਆਪਣੇ ਕੋਲ ਬਿਠਾ ਲਏ ਅਤੇ ਅਰਦਲੀ ਨੂੰ ਆਵਾਜ਼ ਦਿੱਤੀ ਕਿ ਉਸ ਸਧਾਰਨ ਆਦਮੀ ਨੂੰ ਬੁਲਾ ਕੇ ਲਿਆਓ। ਕੁਝ ਦੇਰ ਬਾਅਦ ਉਹ ਸਧਾਰਨ ਆਦਮੀ ਆ ਗਿਆ ਜਿਸ ਬਾਰੇ ਸਾਰੇ ਅਮੀਰਾਂ ਵਜ਼ੀਰਾਂ ਨੇ ਸ਼ਿਕਾਇਤ ਕੀਤੀ ਸੀ। ਰਾਜੇ ਨੇ ਉਸ ਸਧਾਰਨ ਆਦਮੀ ਨੂੰ ਕਿਹਾ, ਜਾਓ ਅਤੇ ਪਤਾ ਕਰਕੇ ਆਓ ਕਿ ਇਹ ਕਾਫਲਾ ਕਿੱਥੋਂ ਆਇਆ ਹੈ। ਥੋੜ੍ਹੀ ਦੇਰ ਬਾਅਦ ਉਹ ਸਧਾਰਨ ਆਦਮੀ ਆਇਆ ਅਤੇ ਰਾਜੇ ਨੂੰ ਕਹਿਣ ਲੱਗਾ, ਹਜ਼ੂਰ, ਇਹ ਕਾਫਲਾ ਕਾਬਲ ਤੋਂ ਆਇਆ ਹੈ ਅਤੇ ਮਦੀਨੇ ਨੂੰ ਜਾ ਰਿਹਾ ਹੈ। ਕਾਫਲੇ ਵਿੱਚ ਕੁੱਲ 50 ਲੋਕ ਹਨ। ਉਹਨਾਂ ਕੋਲ 25 ਘੋੜੇ ਅਤੇ 25 ਊਠ ਹਨ। ਉਹਨਾਂ ਨੇ ਘੋੜਿਆਂ ਅਤੇ ਊਠਾਂ ਉੱਪਰ ਸੁੱਕੇ ਮੇਵੇ ਲੱਦੇ ਹੋਏ ਹਨ। ਉਹ ਅੱਜ ਰਾਤ ਇੱਥੇ ਆਰਾਮ ਕਰਨਗੇ ਅਤੇ ਸਵੇਰੇ ਦਿਨ ਚੜ੍ਹਦੇ ਹੀ ਮਦੀਨੇ ਲਈ ਰਵਾਨਾ ਹੋ ਜਾਣਗੇ। ਇਹ ਸਾਰਾ ਕੁਝ ਦੱਸ ਕੇ ਉਹ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਰਾਜੇ ਨੇ ਆਪਣੇ ਸਿਆਣੇ ਵਜ਼ੀਰਾਂ ਨੂੰ ਕਿਹਾ, ਦੇਖੋ, ਉਹ ਆਦਮੀ ਇੱਕੋ ਵਾਰ ਜਾ ਕੇ ਸਾਰੀਆਂ ਗੱਲਾਂ ਦਾ ਪਤਾ ਕਰ ਆਇਆ ਹੈ, ਜਦ ਕਿ ਤੁਸੀਂ ਉਹੀ ਗੱਲ ਪਤਾ ਕਰਕੇ ਆਏ ਜਿਹੜੀ ਤੁਹਾਨੂੰ ਕਹੀ ਗਈ। ਤੁਸੀਂ ਇੱਕ ਗੱਲ ਤੋਂ ਵੱਧ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਹੁਣ ਤੁਸੀਂ ਆਪ ਹੀ ਦੱਸੋ ਕਿ ਮੈਂ ਸਿਆਣਾ ਕਿਸ ਨੂੰ ਸਮਝਾਂ। ਰਾਜੇ ਦੀ ਇਹ ਗੱਲ ਸੁਣ ਕੇ ਸਾਰੇ ਅਮੀਰਾਂ ਵਜ਼ੀਰਾਂ ਦੇ ਸ਼ਰਮ ਨਾਲ ਸਿਰ ਨੀਵੇਂ ਹੋ ਗਏ। ਔਖੇ ਸ਼ਬਦਾਂ ਦੇ ਅਰਥ। ਸਿਆਣਾ, ਅਕਲਮੰਦ ਜਾਂ ਵਿਦਵਾਨ। ਪਰਖ, ਜਾਂਚ, ਖਾਨਦਾਨ, ਪਰਿਵਾਰ ਜਾਂ ਕਬੀਲਾ। ਤੁਸੀਂ ਦੋਨਾਂ ਵਿੱਚੋਂ ਇੱਕ ਲਰਨ ਕਰਨਾ। ਰੋਸ ਪ੍ਰਗਟ ਕਰਨਾ, ਦੁਖੜਾ ਰੋਣਾ। ਠਹਿਰੇਗਾ, ਰੁਕੇਗਾ, ਸਿਰ ਨੀਵੇਂ ਹੋ ਜਾਣਾ, ਸ਼ਰਮਿੰਦੇ ਹੋ ਜਾਣਾ। ਭਾਲ, ਖੋਜ, ਈਰਖਾ, ਸਾੜਾ, ਅਤਾ ਪਤਾ ਨਾ ਹੋਣਾ, ਜਾਣਦਾ ਬੁੱਝਦਾ ਨਾ ਹੋਣਾ। ਕਾਫਲਾ, ਬੰਦਿਆਂ ਦਾ ਟੋਲਾ, ਰਵਾਨਾ ਹੋ ਜਾਣਾ, ਚਲੇ ਜਾਣਾ। ਸਿਆਣਪ, ਅਕਲ। ਨਾਉ ਬਹੁ ਵਿਕਲਪੀ ਪ੍ਰਸ਼ਨ।
ਉਹ ਸਧਾਰਨ ਆਦਮੀ ਨਾਲ ਕੌਣ ਈਰਖਾ ਕਰਨ ਲੱਗੇ? ਆਂਸਰ ਇਜ਼ ਵਜ਼ੀਰ। ਵਜ਼ੀਰ ਨੇ ਰਾਜੇ ਕੋਲ ਕੀ ਪ੍ਰਗਟ ਕੀਤਾ? ਦੁੱਖ। ਈੜੀ ਰਾਜਾ ਕਿਸ ਤੇ ਬੈਠਾ ਸੀ? ਸਿੰਘਾਸਨ ਤੇ। ਸੱਸਾ ਰਾਜੇ ਨੂੰ ਦੂਰੋਂ ਕਿੰਨਾ ਦਾ ਕਾਫਲਾ ਆਉਂਦਾ ਨਜ਼ਰ ਆਇਆ? ਬੰਦਿਆਂ ਦਾ। ਰਾਜੇ ਨੇ ਕਿੰਨੇ ਵਜ਼ੀਰਾਂ ਨੂੰ ਉਸ ਕਾਫਲੇ ਬਾਰੇ ਪਤਾ ਕਰਨ ਲਈ ਭੇਜਿਆ? ਤਿੰਨਾਂ ਨੂੰ। ਖਾਲੀ ਥਾਵਾਂ ਭਰੋ। ਉਹ ਆਦਮੀ ਡੈਸ਼ ਖਾਸ ਨਹੀਂ ਸੀ ਪੜ੍ਹਿਆ ਲਿਖਿਆ। ਐੜਾ ਰਾਜੇ ਦੇ ਅਮੀਰ ਵਜ਼ੀਰ ਉਸ ਨਾਲ ਡੈਸ਼ ਕਰਨ ਲੱਗੇ? ਈਰਖਾ। ਰਾਜੇ ਨੇ ਸਾਹਮਣੇ ਸ਼ੀਸ਼ੇ ਵਿੱਚੋਂ ਇੱਕ ਡੈਸ਼ ਦੇਖਿਆ? ਕਾਫਲਾ। ਸੱਸਾ ਕਾਫਲਾ ਡੈਸ਼ ਤੋਂ ਆਇਆ ਸੀ? ਕਾਬਲ। ਹਾਹਾ ਕਾਫਲਾ ਮਦੀਨੇ ਨੂੰ ਜਾ ਰਿਹਾ ਸੀ। ਕੁਐਸਚਨ ਨੰਬਰ 3 ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਸਿਆਣਾ ਮੇਰੇ ਪਿਤਾ ਜੀ ਬਹੁਤ ਸਿਆਣੇ ਹਨ। ਈਰਖਾ ਈਰਖਾ ਨਾ ਕਰੋ। ਖਾਨਦਾਨ ਰਾਮ ਦਾ ਖਾਨਦਾਨ ਚੰਗਾ ਹੈ। ਕਾਫਲਾ ਕਾਫਲਾ ਬਹੁਤ ਲੰਬਾ ਸੀ। ਰਵਾਨਾ ਹੋਣਾ ਉਸ ਨੇ ਸਵੇਰੇ ਰਵਾਨਾ ਹੋਣਾ ਹੈ। ਸਿਆਣਪ ਸਿਆਣਪ ਸਦਾ ਕੰਮ ਆਉਂਦੀ ਹੈ। ਕੁਐਸਚਨ ਨੰਬਰ 4 ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਪਿੰਡ ਗਾਂਵ ਵਿਲੇਜ, ਨੌਕਰੀ ਜੌਬ, ਰਾਜਾ ਕਿੰਗ, ਮੰਤਰੀ ਮਿਨਿਸਟਰ, ਈਰਖਾ ਨਫ਼ਰਤ ਜੈਲਸੀ, ਸਧਾਰਨ ਸਾਧਾਰਨ ਨੋਰਮਲ, ਘੋੜੇ ਘੋੜੇ ਹਾਰਸਿਸ। ਵਿਆਕਰਣ ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਚੁਣੋ। ਜਿੱਥੇ ਘੋੜੇ ਵੱਜਦੇ ਹਨ ਤਬੇਲਾ, ਜਿੱਥੇ ਰੁਪਏ ਪੈਸੇ ਦੇ ਸਿੱਕੇ ਘੜੇ ਜਾਂਦੇ ਹਨ ਟਕਸਾਲ। ਈੜੀ ਜਿੱਥੇ ਘਰ ਵਿੱਚ ਨਹਾਇਆ ਜਾਂਦਾ ਹੈ ਗੁਸਲਖਾਨਾ। ਸੱਸਾ ਮਠਿਆਈ ਬਣਾਉਣ ਵਾਲਾ ਹਲਵਾਈ। ਹਾਹਾ ਜਿਹੜਾ ਮਾਸ ਮੱਛੀ ਨਾ ਖਾਂਦਾ ਹੋਵੇ ਸ਼ਾਕਾਹਾਰੀ। ਕੱਕਾ ਜਿਹੜਾ ਮਾਸ ਮੱਛੀ ਖਾਂਦਾ ਹੋਵੇ ਮਾਸਾਹਾਰੀ। ਕੁਐਸਚਨ ਨੰਬਰ 2 ਹੇਠ ਲਿਖੇ ਸ਼ਬਦਾਂ ਦੇ ਇਸਤਰੀ ਲਿੰਗ ਚੁਣ ਕੇ ਠੀਕ ਸ਼ਬਦਾਂ ਤੇ ਗੋਲਾ ਲਗਾਓ। ਜਿਵੇਂ ਨਵਾਬ, ਬੇਗਮ, ਸਹੁਰਾ, ਸੱਸ, ਫੁੱਫੜ, ਭੂਆ, ਮਿੱਤਰ, ਸਹੇਲੀ, ਸੇਠ, ਸੇਠਾਣੀ, ਨੌਕਰ, ਨੌਕਰਾਣੀ। ਕੁਐਸਚਨ ਨੰਬਰ 3 ਹੇਠ ਲਿਖੇ ਵਾਕਾਂ ਦੀ ਵਚਨ ਬਦਲੀ ਕਰੋ। ਊੜਾ ਰਾਜਾ ਤਖਤ ਤੇ ਬੈਠਾ ਹੈ। ਰਾਜੇ ਤਖਤਾਂ ਤੇ ਬੈਠੇ ਹਨ। ਐੜਾ ਵਜ਼ੀਰ ਬਹੁਤ ਦੁਖੀ ਸੀ। ਵਜ਼ੀਰ ਬਹੁਤ ਦੁਖੀ ਸਨ। ਈੜੀ ਮੰਤਰੀ ਨੇ ਸ਼ਿਕਾਇਤ ਕੀਤੀ। ਮੰਤਰੀਆਂ ਨੇ ਸ਼ਿਕਾਇਤਾਂ ਕੀਤੀਆਂ। ਸੱਸਾ ਉਹ ਬੰਦਾ ਬਿਮਾਰ ਹੈ। ਉਹ ਬੰਦੇ ਬਿਮਾਰ ਹਨ। ਵਿਆਕਰਣ ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਚੁਣੋ। ਊੜਾ ਜਿੱਥੇ ਘੋੜੇ ਵੱਜਦੇ ਹਨ ਤਬੇਲਾ। ਐੜਾ ਜਿੱਥੇ ਰੁਪਏ ਪੈਸੇ ਦੇ ਸਿੱਕੇ ਘੜੇ ਜਾਂਦੇ ਹਨ ਟਕਸਾਲ। ਈੜੀ ਜਿੱਥੇ ਘਰ ਵਿੱਚ ਨਹਾਇਆ ਜਾਂਦਾ ਹੈ ਗੁਸਲਖਾਨਾ। ਸੱਸਾ ਮਠਿਆਈ ਬਣਾਉਣ ਵਾਲਾ ਹਲਵਾਈ। ਜਿਹੜਾ ਮਾਸ ਮੱਛੀ ਨਾ ਖਾਂਦਾ ਹੋਵੇ ਸ਼ਾਕਾਹਾਰੀ। ਜਿਹੜਾ ਮਾਸ ਮੱਛੀ ਖਾਂਦਾ ਹੋਵੇ ਮਾਸਾਹਾਰੀ। ਕੁਐਸਚਨ ਨੰਬਰ 2 ਹੇਠ ਲਿਖੇ ਸ਼ਬਦਾਂ ਦੇ ਇਸਤਰੀ ਲਿੰਗ ਚੁਣ ਕੇ ਠੀਕ ਸ਼ਬਦਾਂ ਤੇ ਗੋਲਾ ਲਗਾਓ। ਨਵਾਬ, ਬੇਗਮ, ਸਹੁਰਾ, ਸੱਸ, ਫੁੱਫੜ, ਭੂਆ, ਮਿੱਤਰ, ਸਹੇਲੀ, ਸੇਠ, ਸੇਠਾਣੀ, ਨੌਕਰ, ਨੌਕਰਾਣੀ। ਕੁਐਸਚਨ ਨੰਬਰ 3 ਹੇਠ ਲਿਖੇ ਵਾਕਾਂ ਦੀ ਵਚਨ ਬਦਲੀ ਕਰੋ। ਰਾਜਾ ਤਖਤ ਤੇ ਬੈਠਾ ਹੈ। ਰਾਜੇ ਤਖਤਾਂ ਤੇ ਬੈਠੇ ਹਨ। ਵਜ਼ੀਰ ਬਹੁਤ ਦੁਖੀ ਸੀ। ਵਜ਼ੀਰ ਬਹੁਤ ਦੁਖੀ ਸਨ। ਮੰਤਰੀ ਨੇ ਸ਼ਿਕਾਇਤ ਕੀਤੀ। ਮੰਤਰੀਆਂ ਨੇ ਸ਼ਿਕਾਇਤਾਂ ਕੀਤੀਆਂ। ਉਹ ਬੰਦਾ ਬਿਮਾਰ ਹੈ। ਉਹ ਬੰਦੇ ਬਿਮਾਰ ਹਨ। ਨਾਓ ਕੁਐਸਚਨ ਆਨਸਰ ਆਫ ਦਿਸ ਚੈਪਟਰ। ਪ੍ਰਸ਼ਨ ਰਾਜੇ ਦੇ ਅਮੀਰਾਂ ਵਜ਼ੀਰਾਂ ਨੂੰ ਸਧਾਰਨ ਬੰਦੇ ਨਾਲ ਕੀ ਈਰਖਾ ਸੀ? ਉੱਤਰ ਰਾਜੇ ਦੇ ਅਮੀਰਾਂ ਵਜ਼ੀਰਾਂ ਨੂੰ ਉਸ ਸਧਾਰਨ ਬੰਦੇ ਨਾਲ ਇਹ ਈਰਖਾ ਸੀ ਕਿ ਰਾਜਾ ਉਸ ਸਧਾਰਨ ਆਦਮੀ ਤੋਂ ਹਰ ਗੱਲ ਵਿੱਚ ਸਲਾਹ ਲੈਂਦਾ ਸੀ ਅਤੇ ਉਹਨਾਂ ਨੂੰ ਪੁੱਛਦਾ ਤੱਕ ਨਹੀਂ ਸੀ। ਕੁਐਸਚਨ ਨੰਬਰ 2 ਅਮੀਰਾਂ ਵਜ਼ੀਰਾਂ ਨੇ ਰਾਜੇ ਕੋਲ ਆਪਣਾ ਰੋਸ ਪ੍ਰਗਟ ਕਰਦਿਆਂ ਕੀ ਸ਼ਿਕਾਇਤ ਕੀਤੀ? ਉੱਤਰ ਅਮੀਰਾਂ ਵਜ਼ੀਰਾਂ ਨੇ ਰਾਜੇ ਕੋਲ ਰੋਸ ਪ੍ਰਗਟ ਕਰਦਿਆਂ ਇਹ ਸ਼ਿਕਾਇਤ ਕੀਤੀ ਕਿ ਤੁਸੀਂ ਇੱਕ ਸਧਾਰਨ ਅਤੇ ਅਨਪੜ੍ਹ ਵਿਅਕਤੀ ਨੂੰ ਆਪਣਾ ਸਲਾਹਕਾਰ ਬਣਾ ਕੇ ਠੀਕ ਨਹੀਂ ਕੀਤਾ। ਕੁਐਸਚਨ ਨੰਬਰ 3 ਸਧਾਰਨ ਆਦਮੀ ਨੇ ਰਾਜੇ ਨੂੰ ਕਾਫਲੇ ਬਾਰੇ ਆ ਕੇ ਕੀ ਜਾਣਕਾਰੀ ਦਿੱਤੀ? ਉੱਤਰ ਸਧਾਰਨ ਆਦਮੀ ਨੇ ਰਾਜੇ ਨੂੰ ਕਾਫਲੇ ਬਾਰੇ ਆ ਕੇ ਇਹ ਜਾਣਕਾਰੀ ਦਿੱਤੀ ਕਿ ਕਾਫਲਾ ਕਾਬਲ ਤੋਂ ਆਇਆ ਹੈ ਅਤੇ ਮਦੀਨੇ ਨੂੰ ਜਾ ਰਿਹਾ ਹੈ। ਕਾਫਲੇ ਵਿੱਚ ਕੁੱਲ 50 ਲੋਕ ਹਨ। ਉਹਨਾਂ ਕੋਲ 25 ਘੋੜੇ ਅਤੇ 25 ਊਂਠ ਹਨ ਜਿਨ੍ਹਾਂ ਉੱਤੇ ਸੁੱਕੇ ਮੇਵੇ ਲੱਦੇ ਹੋਏ ਹਨ। ਉਹ ਅੱਜ ਰਾਤ ਇੱਥੇ ਆਰਾਮ ਕਰਨਗੇ ਅਤੇ ਸਵੇਰੇ ਛੇਤੀ ਮਦੀਨੇ ਲਈ ਰਵਾਨਾ ਹੋ ਜਾਣਗੇ। ਨੈਕਸਟ ਪ੍ਰਸ਼ਨ ਰਾਜੇ ਦੀ ਕੀ ਗੱਲ ਸੁਣ ਕੇ ਅਮੀਰ ਵਜ਼ੀਰ ਸ਼ਰਮਿੰਦਾ ਹੋਏ? ਰਾਜੇ ਦੀ ਇਹ ਗੱਲ ਸੁਣ ਕੇ ਅਮੀਰ ਵਜ਼ੀਰ ਸ਼ਰਮਿੰਦਾ ਹੋਏ
ਕਿ ਉਹ ਆਦਮੀ ਇੱਕੋ ਵਾਰੀ ਜਾ ਕੇ ਸਾਰੀਆਂ ਗੱਲਾਂ ਦਾ ਪਤਾ ਕਰ ਆਇਆ, ਜਦ ਕਿ ਤੁਸੀਂ ਉਹੀ ਗੱਲ ਪਤਾ ਕਰਕੇ ਆਏ ਜਿਹੜੀ ਤੁਹਾਨੂੰ ਕਹੀ ਗਈ। Now your homework, read this chapter and learn question answers. Have a great day.